ਹੈਲੋ एवरीवन। ਅੱਜ ਆਪਾਂ ਗੱਲ ਕਰਾਂਗੇ ਸਿਸਟਮ ਆਫ ਬਾਇਓਲੋਜੀਕਲ ਕਲਾਸੀਫਿਕੇਸ਼ਨ ਬਾਰੇ ਕਿ ਕਲਾਸੀਫਿਕੇਸ਼ਨ ਜਿਹੜੀ ਹੈਗੀ ਉਹ ਕਿਸ ਬੇਸ 'ਤੇ ਕੀਤੀ ਜਾਂਦੀ ਹੈਗੀ ਆ। ਹੁਣ ਜਿਹੜੀ ਕਲਾਸੀਫਿਕੇਸ਼ਨ ਹੈ ਇਹਦਾ ਮਤਲਬ ਕੀ ਹੈ? ਕਲਾਸੀਫਿਕੇਸ਼ਨ ਦਾ ਮਤਲਬ ਹੈ ਕਿ ਕਲਾਸੀਫਾਈ ਕਰਨਾ ਆਰਗੇਨਿਜ਼ਮਸ ਨੂੰ। ਜਿੱਦਾਂ ਅਲੱਗ-ਅਲੱਗ ਆਰਗੇਨਿਜ਼ਮਸ ਹੁੰਦੇ ਹੈਗੇ ਆ, ਹੁਣ ਉਹ ਆਰਗੇਨਿਜ਼ਮਸ ਦੇ ਵਿੱਚ ਕੀ ਸਿਮਿਲੈਰਿਟੀਜ਼ ਹੈਗੀਆਂ, ਕੀ ਉਹਨਾਂ ਦੇ ਵਿੱਚ ਕਾਮਨ ਹੈਗਾ, ਉਹਨਾਂ ਦੇ ਬੇਸ 'ਤੇ ਜਦੋਂ ਅਸੀਂ ਆਰਗੇਨਿਜ਼ਮਸ ਨੂੰ ਇੱਕ ਪ੍ਰੋਪਰ ਕੈਟਾਗਰੀ ਦੇ ਵਿੱਚ ਰੱਖ ਦਿੰਦੇ ਹਾਂ, ਉਸ ਪ੍ਰੋਸੈਸ ਨੂੰ, ਉਸ ਅਰੇਂਜਮੈਂਟ ਨੂੰ ਅਸੀਂ ਕੀ ਕਹਿੰਦੇ ਹੈਗੇ ਆ? ਕਲਾਸੀਫਿਕੇਸ਼ਨ ਕਹਿੰਦੇ ਹੈਗੇ ਆ। ਹੁਣ ਜਿਹੜੀ ਬਾਇਓਲੋਜੀਕਲ ਕਲਾਸੀਫਿਕੇਸ਼ਨ ਸੀ ਇਹ 4 ਟਾਈਪ ਦੇ ਵਿੱਚ ਡਿਵਾਈਡ ਕੀਤੀ ਗਈ ਸੀ। ਸਭ ਤੋਂ ਪਹਿਲੇ ਤੇ 4 ਪ੍ਰੋਪਰ ਇਹਦੇ ਸਿਸਟਮ ਦੱਸੇ ਗਏ ਸੀ। ਉਸ ਤੋਂ ਬਾਅਦ ਵਿੱਚ 2 ਕਿੰਗਡਮ ਸਿਸਟਮ ਆਫ ਕਲਾਸੀਫਿਕੇਸ਼ਨ ਆਇਆ, ਫਿਰ 5 ਕਿੰਗਡਮ ਕਲਾਸੀਫਿਕੇਸ਼ਨ ਆਈ। ਸੋ ਪਹਿਲੇ ਆਪਾਂ ਗੱਲ ਕਰਾਂਗੇ ਕਿ ਜਿਹੜੀ ਟੈਕਸੋਨੋਮੀ ਹੈ ਉਹਦੇ ਬੇਸਿਸ 'ਤੇ ਜਿਹੜੇ ਬਾਇਓਲੋਜੀਕਲ ਕਲਾਸੀਫਿਕੇਸ਼ਨ ਉਹ ਕਿਹੜੇ 4 ਟਾਈਪ ਦੀ ਆ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੇ ਹੈ ਕਿ there are 4 types of the system of classification mainly used by the taxonomists। ਜ਼ਿਆਦਾਤਰ 4 ਇਹੀ ਸਿਸਟਮਸ ਯੂਜ਼ ਕੀਤੇ ਜਾਂਦੇ ਸੀ। ਇੱਕ ਹੈ ਆਰਟੀਫਿਸ਼ਲ, ਇੱਕ ਹੈ ਨੈਚੁਰਲ, phylogenetic and phenetic system of classification। ਆਰਟੀਫਿਸ਼ਲ, ਸਭ ਤੋਂ ਪਹਿਲੇ ਗੱਲ ਕਰਦੇ ਹਾਂ ਆਰਟੀਫਿਸ਼ਲ ਸਿਸਟਮ ਆਫ ਕਲਾਸੀਫਿਕੇਸ਼ਨ ਕੀ ਹੁੰਦਾ ਆ। ਆਰਟੀਫਿਸ਼ਲ ਸਿਸਟਮ ਆਫ ਕਲਾਸੀਫਿਕੇਸ਼ਨ ਦਾ ਮਤਲਬ ਕਿ ਜਿਹੜੇ ਆਰਟੀਫਿਸ਼ਲ ਬੇਸਿਸ 'ਤੇ ਆ, ਮਤਲਬ ਜੋ ਸਾਨੂੰ ਬਾਹਰੋਂ ਦਿਖਾਈ ਦਿੰਦਾ ਕਿਸੇ ਆਰਗੇਨਿਜ਼ਮ ਦੇ ਬਾਰੇ, ਉਹਦੇ ਬੇਸ 'ਤੇ ਹੀ ਅਲੱਗ-ਅਲੱਗ ਆਰਗੇਨਿਜ਼ਮਸ ਨੂੰ ਇੱਕ ਕੈਟਾਗਰੀ ਦੇ ਵਿੱਚ ਰੱਖ ਦੇਣਾ, ਉਸੇ ਆਰਟੀਫਿਸ਼ਲ ਸਿਸਟਮ ਆਫ ਕਲਾਸੀਫਿਕੇਸ਼ਨ ਕਹਿੰਦੇ ਹੈਗੇ ਆ। ਸੋ ਕਲਾਸੀਫਿਕੇਸ਼ਨ ਬੇਸਡ on one or few superficial similarities is called the artificial system of classification। ਜਿੱਦਾਂ ਕੋਈ 2 ਆਰਗੇਨਿਜ਼ਮ ਇੱਕੋ ਜਿਹੇ ਹੈਬੀਟੈਟ ਦੇ ਵਿੱਚ ਰਹਿ ਰਹੇ ਆ, ਹੁਣ ਉਹ ਅਗਰ ਇੱਕੋ ਜਿਹੇ ਹੈਬੀਟੈਟ ਦੇ ਵਿੱਚ ਰਹਿ ਰਹੇ ਆ ਤਾਂ ਉਹਨਾਂ ਨੂੰ ਅਸੀਂ ਆਰਟੀਫਿਸ਼ਲ ਸਿਸਟਮ ਆਫ ਕਲਾਸੀਫਿਕੇਸ਼ਨ ਦੇ ਵਿੱਚ ਰੱਖ ਦਿੱਤਾ ਗਿਆ। ਇਹਦੇ ਵਿੱਚ ਕੁਛ ਸਾਇੰਟੀਫਿਕ ਫਾਰਮ ਕੁਛ ਵੀ ਨਹੀਂ ਸੀ, ਬਸ ਆਰਗੇਨਿਜ਼ਮ ਕਿੱਦਾਂ ਦੇ ਹੈਬੀਟੈਟ 'ਚ ਰਹਿੰਦੇ ਹੈਗੇ ਆ, ਕਿੱਦਾਂ ਦਾ ਉਹ ਖਾਣਾ ਖਾਂਦੇ ਹੈਗੇ ਆ, ਉਹਨਾਂ ਦੇ ਜਿਹੜੀਆਂ ਹੈਬਿਟਸ ਆ ਉਹ ਕਿੱਦਾਂ ਦੀਆਂ ਹੈਗੀਆਂ, ਸਿਰਫ ਇਹੀ ਕਰੈਕਟਰਸ ਦੇ ਬੇਸਿਸ 'ਤੇ ਉਹਨਾਂ ਨੂੰ ਅਗਰ ਇੱਕ ਕੈਟਾਗਰੀ ਦੇ ਵਿੱਚ ਰੱਖ ਦਿੱਤਾ ਗਿਆ। ਤਾਂ ਪਲਾਂਟਸ ਦੇ ਵਿੱਚ ਜਿਹੜੀ ਆਰਟੀਫਿਸ਼ਲ ਸਿਸਟਮ ਆਫ ਕਲਾਸੀਫਿਕੇਸ਼ਨ ਹੈ ਉਹ ਸਟੈਮਨ ਦੇ ਬੇਸਿਸ 'ਤੇ ਚੈੱਕ ਕੀਤੀ ਜਾਂਦੀ ਸੀ। ਸੋ ਇਟਸ ਬੇਸਡ ਔਨ ਦਾ ਕਰੈਕਟਰਸ ਆਫ ਦਾ ਸਟੈਮਨ। ਸਟੈਮਨ ਕੀ ਹੁੰਦਾ ਆ? ਫਲਾਰਿੰਗ ਪਲਾਂਟ, ਜਿਹੜੇ ਫਲਾਰਿੰਗ ਪਲਾਂਟਸ ਹੁੰਦੇ ਆ, ਮਤਲਬ ਜਿਨ੍ਹਾਂ ਦੇ ਵਿੱਚ ਪਲਾਂਟਸ 'ਚ ਫਲਾਰ ਗਰੋ ਕਰਦੇ ਹੈਗੇ ਆ, ਉਹਨਾਂ ਦੇ ਮੇਲ ਸੋਰੀ ਉਹਨਾਂ ਦੇ ਜਿਹੜੇ ਮੇਲ ਪਾਰਟ ਹੁੰਦਾ ਹੈਗਾ ਆ ਸਟੈਮਨ, ਐਂਥਰ ਔਰ ਫਿਲਾਮੈਂਟ ਵਾਲਾ, ਜਿਹੜੇ ਕਿ ਪੋਲਨ ਗ੍ਰੇਨ ਵਿੱਚ ਪ੍ਰੋਡਿਊਸ ਕਰਦੇ ਹੈਗੇ ਆ। ਠੀਕ ਹੈ, ਇਹਨਾਂ ਸਟੈਮਨ ਦੇ ਬੇਸਿਸ 'ਤੇ, ਉਹਨਾਂ ਦੀ ਪੋਜੀਸ਼ਨ ਦੇ ਬੇਸਿਸ 'ਤੇ ਪਲਾਂਟਸ ਦੇ ਵਿੱਚ ਇਹਨੂੰ ਆਰਟੀਫਿਸ਼ਲ ਸਿਸਟਮ ਆਫ ਕਲਾਸੀਫਿਕੇਸ਼ਨ ਦੇ ਵਿੱਚ ਰੱਖਿਆ ਜਾਂਦਾ ਹੈ। ਹੁਣ ਜੋ ਐਰਿਸਟੋਟਲ ਸੀ, ਐਰਿਸਟੋਟਲ ਜੋ ਪਰਸਨ ਹੈ, ਇਹ ਬਹੁਤ ਇਹਨਾਂ ਨੇ ਮਤਲਬ ਇਹਨਾਂ ਦੀ ਵਜ੍ਹਾ ਦੇ ਨਾਲ ਬਹੁਤ ਫਾਇਦਾ ਹੋਇਆ ਸਿਸਟਮ ਬਾਰੇ ਪੜ੍ਹਨ ਲਈ, ਕਲਾਸੀਫਿਕੇਸ਼ਨ ਬਾਰੇ ਜਾਣਨ ਦੇ ਲਈ। ਇਹਨਾਂ ਨੇ ਹੀ ਸਾਇੰਟੀਫਿਕ ਚੀਜ਼ਾਂ ਨੂੰ ਦੇਖਿਆ, ਫਿਰ ਉਹਨਾਂ ਦੇ ਬੇਸਿਸ 'ਤੇ ਸਿਸਟਮ ਆਫ ਕਲਾਸੀਫਿਕੇਸ਼ਨ ਬਣਾਇਆ। ਸੋ ਆਰਟੀਫਿਸ਼ਲ ਸਿਸਟਮ ਆਫ ਕਲਾਸੀਫਿਕੇਸ਼ਨ ਪਲਿਨੀ ਦਾ ਐਲਡਰ ਦੇ ਬੇਸਿਸ 'ਤੇ ਹੀ ਪਹਿਲੇ ਕਹੀ ਗਈ ਸੀ, ਸਿਰਫ ਜੋ ਕਰੈਕਟਰਸ ਦੇਖੇ ਗਏ ਉਹਨਾਂ ਦੇ ਬੇਸਿਸ 'ਤੇ। ਫਿਰ ਪਲਾਂਟਸ ਜਿਹੜੇ ਹੈਗੇ ਆ, ਜਿੱਦਾਂ ਹੁਣ ਆਪਾਂ ਗੱਲ ਕੀਤੀ ਕਿ ਹੈਬੀਟੈਟ ਦੇ ਬੇਸਿਸ 'ਤੇ ਆਰਗੇਨਿਜ਼ਮਸ ਨੂੰ ਇਕੱਠੇ ਕੀਤਾ ਗਿਆ, ਪਲਾਂਟਸ ਨੂੰ ਇਕੱਠੇ ਕੀਤਾ ਗਿਆ ਆਰਟੀਫਿਸ਼ਲ ਸਿਸਟਮ ਦੇ ਵਿੱਚ। ਹੁਣ ਪਲਾਂਟਸ ਜਿਹੜੇ ਹੈਗੇ ਆ ਹੈਬੀਟੈਟ ਦੇ ਬੇਸ 'ਤੇ ਚਾਰ ਉਹਦੇ ਵਿੱਚ ਡਿਵਾਈਡ ਕੀਤੇ ਗਏ, ਔਰ ਉਹ ਕਿਹੜੇ ਸੀ? ਹਰਬਸ, ਅੰਡਰਸ਼ਰਬਸ, ਸ਼ਰਬਸ ਔਰ ਟਰੀਜ਼, ਇਹ 4 ਕੈਟਾਗਰੀਜ਼ ਬਣਾਈਆਂ ਗਈਆਂ। ਔਰ ਉਹ ਕਿਸ ਪਰਸਨ ਨੇ ਦੱਸਿਆ ਸੀ? ਐਰਿਸਟੋਟਲ ਨੇ ਦੱਸਿਆ ਸੀਗਾ। ਠੀਕ ਹੈ, ਇਹ ਕਈ ਵਾਰ ਪੁੱਛ ਲੈਂਦੇ ਹੈਗੇ ਆ ਕਿ ਜਿਹੜਾ ਪਲਾਂਟਸ ਦੇ ਹੈਬੀਟੈਟ ਬਾਰੇ ਦੱਸਿਆ ਗਿਆ ਸੀਗਾ ਸਾਇੰਟੀਫਿਕ ਵੇ ਦੇ ਵਿੱਚ, ਉਹ ਦੱਸਿਆ ਸੀ ਐਰਿਸਟੋਟਲ ਨੇ। ਨੈਕਸਟ ਹੈ ਨੈਚੁਰਲ ਸਿਸਟਮ ਆਫ ਕਲਾਸੀਫਿਕੇਸ਼ਨ। ਨੈਚੁਰਲ ਸਿਸਟਮ ਆਫ ਕਲਾਸੀਫਿਕੇਸ਼ਨ ਜੋ ਹੈ, ਇਹਦੇ ਵਿੱਚ ਹੁਣ ਕਿਸੇ ਆਰਗੇਨਿਜ਼ਮ ਦੀ ਮੋਰਫੋਲੋਜੀ ਕਿੱਦਾਂ ਦੀ ਹੈ, ਮਤਲਬ ਉਹਦੇ ਇੰਟਰਨਲ ਕਰੈਕਟਰਸ ਕਿੱਦਾਂ ਦੇ ਹੈਗੇ ਆ, ਉਹਨਾਂ ਦੇ ਬੇਸਿਸ 'ਤੇ ਐਕਸਟਰਨਲ ਤਾਂ ਹੈ ਹੀ ਸੀ, ਨਾਲ ਨਾਲ ਇੰਟਰਨਲ ਕਰੈਕਟਰਸ ਦੇ ਬੇਸਿਸ 'ਤੇ ਜਦੋਂ
ਕਲਾਸੀਫਾਈ ਕੀਤਾ ਗਿਆ ਆਰਗੇਨਿਜ਼ਮਸ ਨੂੰ ਉਹਦਾ ਨਾਮ ਰੱਖਿਆ ਗਿਆ ਨੈਚੁਰਲ ਸਿਸਟਮ ਆਫ ਕਲਾਸੀਫਿਕੇਸ਼ਨ। ਆਰਗੇਨਿਜ਼ਮਸ ਆਰ ਅਰੇਂਜਡ ਅਕੋਰਡਿੰਗ ਟੂ देयर ਨੈਚੁਰਲ ਐਫਿਨਿਟੀਜ਼ ਥਰੂ ਦ ਯੂਜ਼ ਆਫ ਦ ਇੰਪੋਰਟੈਂਟ ਕਰੈਕਟਰਸ। ਹੁਣ ਕਿਹੜੇ ਕਰੈਕਟਰਸ, ਜਿਹੜੇ ਇੰਟਰਨਲ ਕਰੈਕਟਰਸ ਦੀ ਅਸੀਂ ਗੱਲ ਕਰ ਰਹੇ ਹਾਂ, ਕਿਹੜੇ ਕਿਹੜੇ ਹੈ? ਸਟਰਕਚਰ, ਉਹਨਾਂ ਦਾ ਸਟਰਕਚਰ ਕਿੱਦਾਂ ਦਾ ਆ, ਉਹਨਾਂ ਦੀ ਸਾਈਟੋਲੋਜੀ ਕਿੱਦਾਂ ਦੀ ਹੈਗੀ, ਮਤਲਬ ਕ੍ਰੋਮੋਜ਼ੋਮਸ ਕਿਸ ਬੇਸ 'ਤੇ ਆ, ਕਿਸ ਤਰੀਕੇ ਦੇ ਕ੍ਰੋਮੋਜ਼ੋਮਸ ਆ, ਕਿੰਨੇ ਕ੍ਰੋਮੋਜ਼ੋਮਸ ਹੈਗੇ ਆ, ਕਿਸ ਤਰੀਕੇ ਨਾਲ ਫੰਕਸ਼ਨ ਕਰਦੇ ਹੈਗੇ ਆ, ਰਿਪਰੋਡਕਸ਼ਨ ਬੇਸ 'ਤੇ, ਔਰ ਬਾਇਓਕੈਮੀਕਲਸ ਕੀ ਕਿਹੜੇ ਕਿਹੜੇ ਕੈਮੀਕਲਸ ਉਹਨਾਂ ਦੇ ਅੰਦਰ ਪਾਏ ਜਾਂਦੇ ਆ, ਚਾਹੇ ਉਹ ਪਲਾਂਟਸ ਆ ਚਾਹੇ ਐਨੀਮਲਸ ਹੈਗੇ ਆ। ਇਹਨਾਂ ਦੇ ਬੇਸਿਸ 'ਤੇ ਜਦੋਂ ਕਲਾਸੀਫਿਕੇਸ਼ਨ ਕੀਤੀ ਗਈ ਤਾਂ ਉਹਦਾ ਨਾਮ ਰੱਖਿਆ ਗਿਆ ਨੈਚੁਰਲ ਸਿਸਟਮ ਆਫ ਕਲਾਸੀਫਿਕੇਸ਼ਨ। ਸੀਡ ਪਲਾਂਟ ਬਾਰੇ ਨੈਚੁਰਲ ਸਿਸਟਮ ਦੱਸਿਆ ਸੀ ਬੈਂਥਮ ਔਰ ਹੂਕਰ ਨੇ। ਇਹਨਾਂ ਦੀਆਂ ਥਿਓਰੀਜ਼ ਇਹਦੇ ਵਿੱਚ ਮੇਨ ਮੰਨੀਆਂ ਜਾਂਦੀਆਂ ਹੈਗੀਆਂ ਨੈਚੁਰਲ ਸਿਸਟਮ ਆਫ ਕਲਾਸੀਫਿਕੇਸ਼ਨ ਦੇ ਵਿੱਚ ਸੀਡ ਪਲਾਂਟ ਬਾਰੇ ਪਤਾ ਕਰਨ ਦੇ ਲਈ। ਐਨੀਮਲ ਕਲਾਸੀਫਿਕੇਸ਼ਨ ਜਿਹੜੀ ਸੀ ਫਸਟ ਨੈਚੁਰਲ ਸਿਸਟਮ ਆਫ ਕਲਾਸੀਫਿਕੇਸ਼ਨ ਐਨੀਮਲਸ ਦੀ, ਉਹ ਕਿਹਨਾਂ ਨੇ ਦੱਸੀ ਸੀ? ਲੀਨੀਅਸ ਨੇ ਦੱਸੀ ਸੀ, ਕੈਰੋਲਸ ਲੀਨੀਅਸ। ਬਾਇਨੋਮੀਅਲ ਨੋਮੈਨਕਲੇਚਰ 'ਚ ਆਪਾਂ ਪੜ੍ਹਿਆ ਹੋਇਆ ਨਾ, ਉਹ ਕੈਰੋਲਸ ਲੀਨੀਅਸ ਨੇ ਬੁੱਕ ਸਿਸਟਮਾ ਨੇਚਰਾ ਦੇ ਵਿੱਚ ਦੱਸਿਆ ਹੋਇਆ ਸੀਗਾ। ਹੁਣ ਆਪਾਂ ਕੀ ਗੱਲ ਕੀਤੀ, ਜਿੱਦਾਂ ਕਿ ਆਰਟੀਫਿਸ਼ੀਅਲ ਸਿਸਟਮ ਹੈ ਉਹਦੇ ਵਿੱਚ ਅਸੀਂ ਜੋ ਹੈਬੀਟੈਟ ਹੈ, ਜਿੱਦਾਂ ਦਾ ਆਰਗੇਨਿਜ਼ਮਸ ਦਾ ਬਿਹੇਵੀਅਰ, ਫੀਡ ਕੇਸ ਫੂਡ ਦੇ ਉੱਤੇ ਕਰਦੇ ਹੈਗੇ ਆ, ਹੈ ਨਾ, ਇਹਨਾਂ ਚੀਜ਼ਾਂ ਬਾਰੇ ਪੜ੍ਹਿਆ। ਨੈਚੁਰਲ ਸਿਸਟਮ ਆਫ ਕਲਾਸੀਫਿਕੇਸ਼ਨ ਦੇ ਵਿੱਚ ਅਸੀਂ ਪੜ੍ਹਦੇ ਹੈਗੇ ਆ ਇੰਟਰਨਲ ਔਰ ਐਕਸਟਰਨਲ ਦੋਨੋਂ ਕਰੈਕਟਰਸ ਬਾਰੇ। ਫਾਈਲੋਜੈਨੇਟਿਕ ਸਿਸਟਮ ਆਫ ਕਲਾਸੀਫਿਕੇਸ਼ਨ ਥਰਡ ਵਾਲਾ ਹੁਣ ਕੀ ਹੈ? ਫਾਈਲੋਜੈਨੇਟਿਕ ਦੇ ਵਿੱਚ ਆਰਗੇਨਿਜ਼ਮਸ ਦੇ ਜੀਨਸ ਕਿਸ ਤਰੀਕੇ ਦੇ ਹੈਗੇ ਆ, ਜੈਨੇਟਿਕ ਇਨਫੋਰਮੇਸ਼ਨ ਕਿੱਦਾਂ ਦੀ ਹੈਗੀ ਆ, ਉਸ ਬੇਸਿਸ ਦੇ ਉੱਤੇ ਜਦੋਂ ਕਲਾਸੀਫਾਈ ਕੀਤਾ ਆਰਗੇਨਿਜ਼ਮਸ ਨੂੰ, ਉਹਦਾ ਨਾਮ ਰੱਖਿਆ ਗਿਆ ਫਾਈਲੋਜੈਨੇਟਿਕ ਸਿਸਟਮ ਆਫ ਕਲਾਸੀਫਿਕੇਸ਼ਨ। ਹੁਣ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਆਰਟੀਫਿਸ਼ੀਅਲ ਸਿਸਟਮ ਔਰ ਨੈਚੁਰਲ ਸਿਸਟਮ, ਇਹਨਾਂ ਦੋਨਾਂ ਸਿਸਟਮ ਨੂੰ ਜਸਟ ਕਰੈਕਟਰਸ ਦੇ ਬੇਸਿਸ 'ਤੇ ਹੀ ਰੱਖਿਆ ਗਿਆ ਸੀ, ਐਕਸਟਰਨਲ ਔਰ ਇੰਟਰਨਲ ਕਰੈਕਟਰ ਦੇ ਬੇਸਿਸ 'ਤੇ। ਬਟ ਜਿਹੜਾ ਫਾਈਲੋਜੈਨੇਟਿਕ ਸੀ, ਇਹੀ ਇੱਕ ਇੱਦਾਂ ਦਾ ਪਹਿਲਾ ਸਿਸਟਮ ਆਇਆ ਸੀ ਜਿਹਦੇ ਵਿੱਚ ਕਿ ਜੀਨਸ ਦੇ ਬੇਸਿਸ ਦੇ ਉੱਤੇ ਹੀ ਆਰਗੇਨਿਜ਼ਮਸ ਨੂੰ ਕਲਾਸੀਫਾਈ ਕੀਤਾ ਗਿਆ ਸੀਗਾ, ਔਰ ਇਹ ਸਾਇੰਟਿਫਿਕ ਵੀ ਸੀ। ਔਰ ਐਰਿਸਟੋਟਲ ਜੋ ਸੀ ਉਹਨਾਂ ਦੀ ਮੇਨ ਇਹਦੇ ਵਿੱਚ ਰੋਲ ਰਿਹਾ ਹੈ, ਠੀਕ ਹੈ। ਸੋ ਫਾਈਲੋਜੈਨੇਟਿਕ ਸਿਸਟਮ ਇਜ਼ ਬੇਸਡ ਔਨ ਦ ਸੀਕੁਐਂਸ ਐਂਡ ਦ ਜੈਨੇਟਿਕ ਰਿਲੇਸ਼ਨਸ਼ਿਪ ਅਮੰਗ ਦ ਆਰਗੇਨਿਜ਼ਮਸ, ਕਿ ਜਿਹੜੇ ਅਲੱਗ-ਅਲੱਗ ਆਰਗੇਨਿਜ਼ਮਸ ਹੈ, ਮੰਨ ਲਓ ਕੋਈ ਦੋ ਅਲੱਗ-ਅਲੱਗ ਆਰਗੇਨਿਜ਼ਮਸ ਹੈਗੇ ਆ, ਉਹਨਾਂ ਦੀ ਜੈਨੇਟਿਕ ਰਿਲੇਸ਼ਨਸ਼ਿਪ ਕਿੱਦਾਂ ਦਾ ਹੈਗਾ, ਜੀਨਸ ਕਿਸ ਤਰੀਕੇ ਦੇ ਹੈਗੇ ਆ, ਕਿੱਦਾਂ ਫੰਕਸ਼ਨ ਕਰਦੇ ਹੈਗੇ ਆ, ਬਣੇ ਕਿਸ ਤਰੀਕੇ ਨਾਲ ਹੈਗੇ ਆ, ਕਿਹੜਾ ਮਟੀਰੀਅਲ ਆ ਉਹਦੇ ਵਿੱਚ RNA DNA ਹੈ ਨਾ, ਕਿਸ ਤਰੀਕੇ ਦਾ ਪਾਇਆ ਗਿਆ ਹੈਗਾ, ਉਸ ਬੇਸਿਸ 'ਤੇ ਅਸੀਂ ਫਾਈਲੋਜੈਨੇਟਿਕ ਸਿਸਟਮ ਨੂੰ ਕਲਾਸੀਫਾਈ ਆਈਡੈਂਟੀਫਾਈ ਕਰਦੇ ਹੈਗੇ ਆ, ਡਿਫਾਈਨ ਕਰਦੇ ਹੈਗੇ ਆ। ਨੈਕਸਟ ਹੈ ਕਿ ਫਾਈਲੋਜੈਨੇਟਿਕ class of the plant kingdom was proposed by the Adolf Engler and his associate Carl Prandtl। ਹੁਣ ਇਹਨਾਂ ਦੀਆਂ ਕੁਝ ਥਿਓਰੀਜ਼ ਆ, ਇਹਨਾਂ ਦੇ ਰੂਲਸ ਹੈਗੇ ਆ, ਉਹਨਾਂ ਦੇ ਬੇਸਿਸ 'ਤੇ ਹੀ ਫਾਈਲੋਜੈਨੇਟਿਕ ਸਿਸਟਮ ਆਫ ਕਲਾਸੀਫਿਕੇਸ਼ਨ ਨੂੰ ਅੱਗੇ ਡਿਟੇਲ ਦੇ ਵਿੱਚ ਦੱਸਿਆ ਜਾਂਦਾ ਆ। ਔਰ ਨਾਲ ਹੀ ਇੱਕ ਹੋਰ ਇੰਪੋਰਟੈਂਟ ਪਰਸਨ ਸੀ, ਉਹਨਾਂ ਦਾ ਨਾਮ ਹੈ ਔਸਵਲਡ ਹਪੋਜ਼। ਔਸਵਲਡ ਹਪੋਜ਼ ਜੋ ਹੈ, ਇਹਨਾਂ ਨੇ ਵੀ ਇਹਦੇ ਬਾਰੇ ਦੱਸਿਆ ਹੋਇਆ ਹੈ, ਫਾਈਲੋਜੈਨੇਟਿਕ ਸਿਸਟਮ ਆਫ ਕਲਾਸੀਫਿਕੇਸ਼ਨ ਬਾਰੇ ਦੱਸਿਆ ਹੋਇਆ। ਇਹਦੀਆਂ ਅਲੱਗ-ਅਲੱਗ ਸਾਇੰਟਿਸਟ ਦੀਆਂ ਥਿਓਰੀਜ਼ ਰਹੀਆਂ ਹੈਗੀਆਂ। ਹੁਣ ਥਿਓਰੀਜ਼ ਕਿੱਦਾਂ ਬਣੀਆਂ, ਇਹਨਾਂ ਨੇ ਕੁਛ ਰੂਲਸ ਜੋ ਬਣਾਏ ਹੈਗੇ ਆ ਉਹ ਮੋਡੀਫਿਕੇਸ਼ਨ ਕਰਕੇ ਹੀ ਬਣਾਏ ਆ, ਜਿਹੜੇ ਵੀ ਪਹਿਲੇ ਸਿਸਟਮ ਚੱਲ ਰਹੇ ਸੀਗੇ ਉਹਨਾਂ ਨੂੰ ਮੋਡੀਫਾਈ ਕਰਕੇ ਹੀ ਅੱਗੇ ਇਹ ਕਲਾਸੀਫਿਕੇਸ਼ਨਸ ਜਿਹੜੀਆਂ ਹੈਗੀਆਂ ਉਹ ਕੀਤੀਆਂ ਗਈਆਂ ਆ, ਜੋ ਵੀ ਇਹਨਾਂ ਨੇ ਓਬਜ਼ਰਵ ਕੀਤਾ। Next ਹੈ, in this system flowering plants are placed in the ascending series related to the complexity of the floral morphology, ਕਿ ਇਹਨਾਂ ਦੇ floral characters ਕਿੱਦਾਂ ਦੇ ਆ, ਮਤਲਬ ਜਿਹੜੇ flowering plants ਹੈਗੇ ਆ। ਹੁਣ ਅਗਰ ਆਪਾਂ plants ਦੀ ਗੱਲ ਕਰੀਏ ਤਾਂ flowering plants ਦੇ ਵਿੱਚ ਜਿਹੜੇ ਇਹਨਾਂ ਦੀ ਫਲਾਰ ਦੀ ਪੋਜੀਸ਼ਨ ਕਿਸ ਤਰੀਕੇ ਦੀ ਹੈਗੀ ਆ, ਉਹ ਅਰੇਂਜ ਕਿਸ ਫਾਰਮ ਦੇ ਵਿੱਚ ਹੈਗੇ ਆ, ਉਹਨਾਂ ਦੀ ਸੀਕੁਐਂਸ ਰੂਲਸ ਕਿੱਦਾਂ ਦੇ ਹੈਗੇ ਆ, ਉਹਨਾਂ ਦੀ ਪੂਰੀ ਮੋਰਫੋਲੋਜੀ ਜਿਹੜੀ ਹੈਗੀ ਆ ਉਹ ਮਤਲਬ ਇਹਦੇ ਵਿੱਚ ਆਪਾਂ ਪੜ੍ਹਦੇ ਹੈਗੇ ਆ। ਇਹਨਾਂ ਦੇ ਬੇਸਿਸ 'ਤੇ ਹੀ ਫਾਈਲੋਜੈਨੇਟਿਕ ਸਿਸਟਮ ਜਿਹੜਾ ਉਹ ਕੰਮ ਕਰਦਾ ਆ। ਨੈਕਸਟ ਹੈ, ਫਾਈਲੋਜੈਨੇਟਿਕ ਟਰੀਜ਼ ਆਰ ਆਲਸੋ ਨੋਨ ਐਜ਼ ਜਿਨੇਲੋਜੀਕਲ ਟਰੀ ਔਰ ਦਾ ਡੈਂਡਰੋਗ੍ਰਾਮ। ਹੁਣ ਜਿਹੜੇ ਇਹਦੇ ਅੰਡਰ ਆਉਂਦੇ ਹੈਗੇ ਫਾਈਲੋਜੈਨੇਟਿਕ ਟਰੀਜ਼ ਜਿਹੜੇ ਹੁੰਦੇ ਆ, ਜਿਨ੍ਹਾਂ ਦੀ ਅਸੀਂ ਜੀਨਸ ਦੀ ਐਕਸਟਰਨਲ ਇੰਟਰਨਲ ਦੇ ਨਾਲ ਜਿਨ੍ਹਾਂ ਦੇ ਅਸੀਂ ਅਲੱਗ-ਅਲੱਗ ਪਲਾਂਟਸ ਦੇ ਜੀਨਸ ਦੀ ਗੱਲ ਕਰਦੇ ਹੈਗੇ ਆ। ਹੁਣ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹੈਗੇ ਆ, ਡੈਂਡਰੋਗ੍ਰਾਮ ਕਹਿ ਦਿੰਦੇ ਹੈਗੇ ਆ।
सो ये 3 सिस्टम ऑफ क्लासीफिकेशन है। फोर्थ है अपना फैनेटिक क्लासीफिकेशन। हुण फैनेटिक क्लासीफिकेशन दे विच की दस्सिया होया है कि इट्स बेस्ड ऑन द ओवरऑल सिमिलैरिटीज ऑफ द ऑर्गेनिजम्स evaluated without the regard to the phylogeny and also based on the observable characters of existing organisms। हुण इन्हां ने क्या कि इहदे विच तां कोई एवोल्यूशनरी रिलेशनशिप की मेन कोई गल ही नहीं की गई हैगी। ईवन ये कि पहले तीनों क्लासीफिकेशन सिस्टम के भी कोई एवोल्यूशनरी रिलेशनशिप नूं लैके गल ही नहीं की गई सी। जस्ट जो करैक्टर्स जिहड़े ऑर्गेनिजम्स प्रैजेंट हैगे आ उन्हां दे जस्ट करैक्टर्स नूं ही ऑबजर्व किया गया ते उन्हां दे बेसिस ते ही इन्हां सिस्टम का नाम रख दिता गया। हुण फैनेटिक सिस्टम ऑफ क्लासीफिकेशन दे विच भी यही दस्सिया गया कि जस्ट जिहड़े ऑर्गेनिजम एग्जिस्ट करते हैगे आ उन्हां दे विच सिमिलैरिटीज़ की पाईयां जांदियां हैगियां। उन्हां दी फाइलोजैनी उन्हां दे जीन्स वगैरह नूं तां कोई चैक ही नहीं किया गया। वो सिस्टम ऑफ क्लासीफिकेशन जिहड़ा उहदा नाम रख दिता गया फैनेटिक सिस्टम ऑफ क्लासीफिकेशन। हुण इन्हां दे विचों सब तो यूजफुल किहड़ा मन्निया गया है फाइलोजैनेटिक सिस्टम ऑफ क्लासीफिकेशन मिलिया किया गया है, क्योंकि एक्सटर्नल इंटरनल दे नाल नाल इहदे विच असीं जीन्स की भी गल करते हैं और ये थोड़ा मॉडर्न मैथड भी हैगा आ। इत्थे तक तो सी कि सिस्टम बायोलॉजिकल क्लासीफिकेशन जो है वो इन्हां 4 सिस्टम के बेसिस पे की गई हैगी आ। इस तो बाद 2 किंगडम सिस्टम आया और ये 2 किंगडम सिस्टम बारे सानू किन्हां ने दस्सिया सीगा, कैरोलस लीनियस ने। ओके, सिस्टम ऑफ क्लासीफिकेशन दे विच है कि जिहड़ा 2 किंगडम सिस्टम सब तो पहले आया, हौली हौली करके 3 किंगडम सिस्टम, 4 किंगडम सिस्टम और 5 किंगडम सिस्टम आया। हुण 2 किंगडम सिस्टम दे हुंदे हुंदे 4-5 किंगडम सिस्टम आने की की जरूरत सी। उहदा रीजन ये आ कि जिहड़े 2 किंगडम सिस्टम सी वो प्रॉपर सानू हर एक ऑर्गेनिजम बारे डिटेल च दस ही नहीं पाया। उहदे विच कई फीचर इदां दे सी जिहड़े कि प्रॉपर डिफाइन ही नहीं कीते जा सकदे सी। इस करके 3, 4 और 5 किंगडम सिस्टम की जरूरत पई। 5 किंगडम सिस्टम सब तो बेस्ट मन्निया जाता और अज असी 5 किंगडम सिस्टम के बेसिस ते ही स्टडी करते हैं ऑर्गेनिजम्स की। सो 2 किंगडम सिस्टम किन्हां ने दस्सिया सी, कैरोलस लीनियस ने सानू 2 किंगडम सिस्टम बारे दस्सिया सी। उन्होंने की किया कि जिहड़े ऑर्गेनिजम्स हैगे आ वो रैड ब्लडिड आ और सॉरी उन्होंने प्लांट किंगडम और एनीमल किंगडम 2 किंगडम बारे ही दस्सिया जिन्हां दी सैल वॉल नहीं पाई जाती है, जिन्हां दी बॉडी च सैल वॉल नहीं हुंदी उन्हां नूं एनीमल किंगडम विच सॉरी रख दिता गया और जिन्हां दी बॉडी दे विच सैल वॉल पाई जाती है, सैल के आस पास सैल वॉल पाई जाती है, उन्होंने प्लांट किंगडम दे विच रख दिता गया। सो ये दोनों किंगडम सिस्टम दे विच हुण सारे ऑर्गेनिजम्स तां आ नहीं सकते सी, जिद्दां कि फंजाई हो गई है ना। उस टाइम ते फंजाई बारे तो कुछ पता ही नहीं सी, उहदे विच ओह तां ना प्लांट्स च आंदी ना एनीमल्स च आंदी हैगी आ। इस करके उन्होंने लिए एक अलग सिस्टम की जरूरत सी। हुण पहली गल तो ये होगी कि ये किंगडम सिस्टम जिहड़ा सीगा ये नहीं मन्निया जा सकिया प्रॉपरली, क्योंकि ये पूरा डिफाइन ही नहीं कर पाया हर एक ऑर्गेनिजम्स के बारे। इस करके दूसरी गल ये है कि जिहड़ा 2 किंगडम सिस्टम है ये जिद्दां हुण प्लांट्स जिहड़े हैगे या ऑर्गेनिजम्स जिहड़े हैगे आ वो हुण फोटोसिंथैटिक और नॉन फोटोसिंथैटिक अलग अलग तरह के होंगे आ। कुछ फोटोसिंथैटिक भी आ, कुछ नॉन फोटोसिंथैटिक आ, कुछ प्रोकैरियोट्स आ, कुछ यूकैरियोट्स हैगे आ। हुण वो किस कैटेगरी च आउणगे, वो तो इन्हां दोनों च ही नहीं आ पाते हैगे। कई ऑर्गेनिजम्स कई तो आ जाते बट कई नहीं आ पाते, उन्होंने तो एक अलग कैटेगरी की जरूरत सी। इस करके 2 किंगडम सिस्टम जिहड़ा सी फेल हो गया। नॉट अप्रूव्ड एज अ फंजाई एंड द ऑर्गेनिजम्स लाइक यूग्लिना, क्लेमाइडोमोनास एक्सेट्रा वर नॉट जस्टिफाइड इन दीज 2 किंगडम्स है ना। जो यूग्लिना या क्लेमाइडोमोनास ये नहीं आ पाए, इसलिए 3 किंगडम सिस्टम स्टार्ट किया गया। 3 किंगडम सिस्टम बारे अगे किन्हां ने दस्सिया, अर्नस्ट हीकल ने। हीकल ने 1866 दे विच 3 किंगडम सिस्टम बारे दस्सिया कि किहड़े-किहड़े 2 तो पहले हैगे सीगे, एक प्लांट किंगडम और एक एनीमल किंगडम। एक होर ऐड कर दिता गया प्रोटिस्टा। प्रोटिस्टा जिन्ने भी यूनीसैलर ऑर्गेनिजम से उन्होंने प्रोटिस्टा किंगडम दे विच रख दिता गया। हले भी कुछ ऑर्गेनिजम्स ये नहीं आ पाते सी, क्योंकि फंजाई हो गई है ना। फंजाई वगैरह जिहड़े हैगे वो तो ये आ ही नहीं पाते, वो यूनीसैलर तो है ही नहीं, वो मल्टीसैलर हुंदी हैगी आ।
मतलब पहले यूनीसैलर फॉर्म च बट हौली हौली वो डेवलप करके मल्टीसैलर बन जाती, सो ये नहीं आ पाई, उन्होंने हुण अलग दिता गया। प्रोटिस्टा रहा पहले वाला ही, प्लांट आ गया, एनीमल आ गया, ये भी पहले वाले सी, तीनों ਜਿਹੜੇ ਸੀਗੇ ਇਹਨਾਂ ਦੇ ਨਾਲ एक होर ऐड कर दिता गया मोनेरा, मोनेरा किंगडम। 4 किंगडम सिस्टम दसिया सी कोपलैंड ने 1956 ਦੇ ਵਿੱਚ 4 किंगडम सिस्टम आया, ਜਿਹਦੇ ਵਿੱਚ ਕਿਹੜੇ किंगडम रखे गए, प्लांटी, एनीमेलिया, प्रोटिस्टा एंड मोनेरा। मोनेरा ਦੇ ਵਿੱਚ ਸਾਰੇ प्लांट्स ਨੂੰ इंक्लूड कर लिया गया। उस तो बाद है 5 किंगडम सिस्टम, हले भी सारे ऑर्गेनिजम्स नहीं आ पाते सी क्योंकि स्ट्रक्चर किद्दां दा, प्रोकैरियोट्स किहड़े हैगे आ उन्हां दे बेसिस ते हले भी डिफाइन नहीं हो पाया सी प्रॉपर। सो 5 किंगडम सिस्टम स्टार्ट किया गया RH विटकर ने 1969 ਦੇ ਵਿੱਚ 5 किंगडम सिस्टम बारे सानू दसिया। हुण इहदे 3 क्राइटेरिया मेन सीगे। पहला कॉम्पलैक्सिटी ऑफ स्ट्रक्चर, सैल स्ट्रक्चर, सैल किद्दां दे हैगे, सैल स्ट्रक्चर किद्दां दा आ, बॉडी स्ट्रक्चर किद्दां दा हैगा आ, मोड ऑफ न्यूट्रीशन किहड़ी हैगी आ, इन्हां दे बेसिस ते 5 किंगडम सिस्टम जिहड़ा वो सक्सैसफुल रहा। किहड़े 5 किंगडम बने अपने तो मोनेरा, प्रोटिस्टा, प्लांटे और एनीमेलिया तो पहले ही सी, फंजाई भी ऐड कर दिता गया नाल। हुण आपां इन्हां दे कुछ फीचर्स के बारे पढ़ते हैं। मोनेरा जिहड़े हैगे मोनेरा दे विच सारे प्रोकैरियोटिक ऑर्गेनिजम्स नूं रख दिता गया। हुण प्रोकैरियोट्स किहड़े हुंदे आ, एक हुंदे यूकैरियोटिक ऑर्गेनिजम, एक हुंदे प्रोकैरियोटिक ऑर्गेनिजम्स। प्रोकैरियोटिक दा मतलब वो ऑर्गेनिजम्स जिन्हां दे हुण जिद्दां हर एक सैल आ, सैल दे अंदर न्यूक्लियस प्रेजेंट हुंदा, मतलब जैनेटिक मैटीरियल सारा न्यूक्लियस दे अंदर प्रोटैक्ट हुंदा है, न्यूक्लियर वॉल प्रेजेंट हुंदी है जिन्हों असीं ट्रू न्यूक्लियस कह दिंदे। अगर तां ट्रू न्यूक्लियस प्रेजेंट है तो वो किहड़ा सैल हैगा आ, वो यूकैरियोटिक सैल आ, यूकैरियोटिक। अगर प्लांट्स अगर किसी ऑर्गेनिज्म दे जिहड़े सैल आ वो ਉਹਦੇ ਵਿੱਚ ट्रू न्यूक्लियस नहीं आ, मतलब जैनेटिक मैटीरियल ਜਿਹੜਾ ਇਹਦੇ ਵਿੱਚ ਹੈ ਉਹ ਬਿਨਾ ਮੈਮਬ੍ਰੇਨ ਤੋਂ, ਨਿਊਕਲੀਅਰ ਮੈਮਬ੍ਰੇਨ ਤੋਂ ਪੂਰੇ ਸੈੱਲ ਦੇ ਵਿੱਚ ਵੈਸੇ ਹੀ ਮੂਵ ਕਰ ਰਿਹਾ ਆ, ਤਾਂ ਉਹਨੂੰ ਅਸੀਂ ਕਹਿ ਦਿੰਦੇ ਪ੍ਰੋਕੈਰੀਓਟਿਕ ਆਰਗੇਨਿਜ਼ਮ। ਸੋ ਜਿੰਨੇ ਵੀ ਪ੍ਰੋਕੈਰੀਓਟਿਕ ਆਰਗੇਨਿਜ਼ਮ ਸੀ ਉਹ ਮੋਨੇਰਾ ਕਿੰਗਡਮ ਦੇ ਵਿੱਚ ਰੱਖ ਦਿੱਤੇ ਗਏ, ਜਿੱਦਾਂ ਆਰਕੀ ਬੈਕਟੀਰੀਆ ਔਰ ਯੂ ਬੈਕਟੀਰੀਆ ਹੋ ਗਏ। ਪ੍ਰੋਟਿਸਟਾ ਦੇ ਵਿੱਚ ਯੂਨੀਸੈਲੂਲਰ ਯੂਕੈਰੀਓਟਸ ਰੱਖੇ ਗਏ, ਮਤਲਬ ਜਿਨ੍ਹਾਂ ਦਾ ਜੈਨੇਟਿਕ ਮੈਟੀਰੀਅਲ ਜਿਹੜਾ ਸੀ ਉਹ ਨਿਊਕਲੀਅਸ ਦੇ ਅੰਦਰ ਹੀ, ਨਿਊਕਲੀਅਰ ਮੈਮਬ੍ਰੇਨ ਦੇ ਅੰਦਰ। ਸੋ ਯੂਨੀਸੈਲੂਲਰ ਯੂਕੈਰੀਓਟਿਕਸ 'ਚ ਆ ਗਏ फोटोसिंथेटिक, मतलब फोटोसिंथेटिक प्लांट्स आ गए, एल्गी होगी है ना, प्लांट्स हो गए, ब्लू ग्रीन एल्गी, रेड एल्गी, कंज्यूमर्स और प्रोटोजोआ वो भी ये अंदर आ गए। कंज्यूमर्स जिहड़े प्लांट ते डिपेंड करते हैगे बट आंदे यूकैरियोटिक फॉर्म च या यूनीसैलर फॉर्म च, सिंगल सैल ही आ, वो कंज्यूमर्स। प्रोटोजोआ हो गया। नैक्सट है फंजाई दे विच, फंजाई दे विच असीं गल करदे हैगे आ यूकैरियोटिक हेटेरोट्रॉपिक ऑर्गेनिज्म हैगे, यूकैरियोटिक आ, जैनेटिक मैटीरियल जिहड़ा वो न्यूक्लियर मैमब्रेन के अंदर ही आ, बट वो किहड़े आ, हेटेरोट्रॉपिक आ। हेटेरोट्रॉपिक मतलब जिहड़े अपने फूड दे किसी दूसरे ते या इन्वायरमेंट ते डिपेंड करते हैगे आ, उन्हां नूं असीं हेटेरोट्रॉप्स बोलते हैं। प्लांट्स जिहड़े आ ऑटोट्रॉप्स हुंदे, मतलब अपना फूड तो खुद ही प्रिपेयर कर लैंदे आ। सो अगे आ गया प्लांटे किंगडम। प्लांटे किंगडम दे विच की आ कि ये नॉन मोबाइल हुंदा, मतलब मूव नहीं कर सकते हैगे ये, और फोटोसिंथेटिक ऑर्गेनिजम्स अपना फूड आप ही बना लेंगे क्लोरोफिल दी और सनलाइट की प्रेजेंस। ये रखा गया एल्गी नू, ब्रायोफाइट्स नू, टेरिडोफाइट्स, जिम्नोस्पर्म और एंजियोस्पर्म। आप नैक्सट वीडियोज़ के विच इन्हां बारे हर एक बारे डिटेल दे विच करांगे, हर एक किंगडम का एक अलग वीडियो बनाई जाएगी। हुण नैक्सट है एनीमेलिया। एनीमेलिया दे विच मैटाजोआ आ गए सारे, एनीमल्स आ गए सारे जिन्हां दी सैल वॉल नहीं हुंदी हैगी और वो यूकैरियोटिक हुंदे हैगे आ, एनीमेलिया। सो ये टोटल 5 किंगडम सिस्टम मन्निया गया और अज असी 5 किंगडम सिस्टम बारे ही स्टडी करते हैं, इस बेसिस ते ही ऑर्गेनिजम्स नू स्टडी किया जाता है। सो नैक्सट वीडियो दे विच आपां इन्हां हर एक किंगडम के बारे डिटेल दे विच पढ़ांगे और नाल नाल इन्हां दे MCQs भी करांगे। सो थैंक्स फॉर वॉचिंग द वीडियो।